ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। हर कोई अलग अलग सोचता ही कोई ड्रिंक करता सी, कोई ड्रग्स लैंदा सी, कोई हीरोइन लैंदा, कोई कुछ लैंदा। ते एक मतलब कि लड़की सी जलंधर तो उन्हें मैनूं वैसे ही किया कि एक बार टेस्ट कर, सारी थकावट दूर हो जाती, सारी टेंशन दूर हो जानी, बिल्कुल एकदम इंसान ठीक हो जाता। तो मैं लगाई एक दो लाइन ਉਹਦੇ ਨਾਲ मतलब कि मैं हीरोइन दी ले ली कि ਇਹਦੀ ਆਪਣੀ ਸਹੇਲੀ ਜਿਹੜੀ ਕਿ ਡਾਂਸਰ ਸੀਗੀ ਉਹਨੇ ਆਪਣੇ 5 ਦਿਨਾਂ ਦੀ ਕੁੜੀ ਇੱਕ ਗਵਾਂਢਣ ਕੋਲ 5000 ਵਿੱਚ ਵੇਚ ਦਿੱਤੀ। ਉਸ ਤੋਂ ਬਾਅਦ ਉਹ ਗੱਲ ਆ ਗਈ ਪੈਸਿਆਂ ਤੇ ਕਿ ਪੈਸੇ ਦਿਓ ਤੇ ਸਮਾਨ ਲਓ। ਜਿੰਨਾ ਕਿ ਮੈਂ ਕਮਾਉਂਦੀ ਸੀ ਸਾਰਾ ਮੈਂ ਮਤਲਬ ਕਿ ਡਰੱਗਸ ਤੇ ਹੀ ਖਰਚ ਕਰ ਦਿੰਦੀ। ਘੱਟੋ ਘੱਟ ਵੀ 4-5 ਲੱਖ ਰੁਪਇਆ ਮੈਂ 2 ਸਾਲ ਦੇ ਅੰਦਰ ਉਜਾੜਦਾ। ਅੱਜ ਮੇਰੇ ਕੋਲ ਬੈਠੀ ਲਾਗੇ ਡਾਂਸਰ ਜਿਹੜੀ ਕਿ ਨਸ਼ੇ ਕਰਕੇ ਇਹਨੂੰ ਆਪਣਾ ਸਭ ਕੁਝ ਬਰਬਾਦ ਕੀਤਾ। ਮੇਰੀ 8 ਸਾਲ ਦੀ ਬੱਚੀ ਹੈ, ਉਹ ਮੈਨੂੰ ਸਮਝਾਉਂਦੀ ਰਹੀ ਹੈ ਕਿ ਮੰਮਾ ਇਹ ਨਾ ਕਰੋ, ਗਲਤ ਕੰਮ ਹੈ, ਛੋੜੋ ਇਹਨੂੰ, ਇਹ ਕੰਮ ਨਾ ਕਰੋ। ਇਹਨੂੰ ਸਿਰਫ ਨਸ਼ਾ ਹੀ ਸਭ ਕੁਝ ਲੱਭਦਾ ਸੀਗਾ, ਕੋਈ ਪਰਿਵਾਰ ਨਹੀਂ, ਕੋਈ ਬੱਚੇ ਨਹੀਂ, ਕੋਈ ਸਿਹਤ ਨਹੀਂ। 100 to 70% ਕੁੜੀਆਂ ਇੱਦਾਂ ਦੀਆਂ ਜਿਹੜੀਆਂ ਕਿ ਨਸ਼ਾ ਕਰਦੀਆਂ, 50% ਕੁੜੀਆਂ ਇਸ ਤਰ੍ਹਾਂ ਜਿਹੜੀ ਇੰਜੈਕਟ ਕਰਦੀਆਂ ਤੇ ਬਾਕੀ ਮਤਲਬ ਕਿ ਫੋਇਲ ਤੇ ਵੀ ਕਰਦੀਆਂ। ਜਦੋਂ ਵੀ ਕਦੇ ਪੰਜਾਬ ਦੀ ਗੱਲ ਚੱਲਦੀ ਹੈ ਤਾਂ ਅਸੀਂ ਮਾਣ ਮਹਿਸੂਸ ਕਰਦੇ ਹਾਂ। ਸਾਡੀਆਂ ਅੱਖਾਂ ਮੂਹਰੇ ਆ ਮੁਹਾਰੇ ਪੰਜਾਬ ਦੇ ਇਤਿਹਾਸ ਦੀ ਗੱਲ, ਪਿੰਡਾਂ ਦੀ, ਸਾਡੇ ਕਿਸਾਨਾਂ ਦੀ, ਨੌਜਵਾਨ ਮੁਟਿਆਰਾਂ ਦੀ, ਗਿੱਧੇ ਭੰਗੜੇ ਦੀ ਆ ਮੁਹਾਰੇ ਝਲਕ ਪੈਦਾ ਹੁੰਦੀ ਹੈ, ਜਿਸ ਨਾਲ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੀ ਵੱਖਰੀ ਪਹਿਚਾਣ ਬਣੀ ਹੋਈ ਹੈ। ਜਦੋਂ ਦਾ ਪੰਜਾਬ ਵਿੱਚ ਨਸ਼ਾ ਭਾਰੂ ਹੋਇਆ ਹੈ ਤਾਂ ਉਸ ਨਾਲ ਸਾਡਾ ਸਿਰ ਵੀ ਝੁਕਦਾ ਹੈ। ਜੇਕਰ ਅਸੀਂ ਚਿੱਟੇ ਦੀ ਗੱਲ ਕਰੀਏ ਤਾਂ ਚਿੱਟੇ ਦੇ ਨਸ਼ੇ ਨੇ ਕਈ ਮਾਵਾਂ ਦੇ ਪੁੱਤ ਖੋਲੇ ਤੇ ਕਈਆਂ ਦੇ ਸੁਹਾਗ ਉਜਾੜ ਦਿੱਤੇ ਹਨ। ਜੇਕਰ ਅਸੀਂ ਕਹੀਏ ਕਿ ਪੰਜਾਬ ਵਿੱਚ ਸਿਰਫ ਮੁੰਡੇ ਹੀ ਨਸ਼ਾ ਕਰਦੇ ਹਨ ਤਾਂ ਇਹ ਸੱਚ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਲੜਕੀ ਦੀ ਕਹਾਣੀ ਦੱਸਣ ਜਾ ਰਹੇ ਹਾਂ ਜੋ ਖੁਦ ਨਸ਼ੇ ਦੀ ਆਦੀ ਸੀ, ਜਿਸ ਦਾ ਵਿਆਹ ਗੁਰਦਾਸਪੁਰ ਦੇ ਵਿੱਚ ਹੋਇਆ, ਪਰ ਕੁਝ ਸਾਲਾਂ ਬਾਅਦ ਤਲਾਕ ਹੋ ਗਿਆ ਤੇ ਉਸ ਤੋਂ ਬਾਅਦ ਉਹ ਮਾੜੀ ਸੰਗਤ ਵਿੱਚ ਚਲੀ ਗਈ। ਜੋ ਕਿ ਇੱਕ ਡਾਂਸਰ ਹੈ, ਪਰ ਆਪਣੇ ਘਰ ਦਾ ਖਰਚਾ ਚਲਾਉਣ ਦੇ ਲਈ ਉਹ ਇੱਕ ਸੱਭਿਆਚਾਰਕ ਗਰੁੱਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਉਸ ਦੀ ਇੱਕ ਸਹੇਲੀ ਵੱਲੋਂ ਉਸ ਨੂੰ ਨਸ਼ੇ ਦੇ ਆਦੀ ਬਣਾ ਦਿੱਤਾ। ਉਕਤ ਲੜਕੀ ਦੇ ਦੱਸਣ ਅਨੁਸਾਰ 2 ਸਾਲਾਂ ਦੇ ਵਿੱਚ ਕਰੀਬ ਉਸ ਵੱਲੋਂ 4 ਤੋਂ 5 ਲੱਖ ਦਾ ਨਸ਼ਾ ਕੀਤਾ ਗਿਆ ਹੈ। ਕਾਰਨ ਤੇ ਬਹੁਤ ਵੱਡਾ ਸੀ। ਕਹਾਣੀ ਸਟਾਰਟਿੰਗ ਤੋਂ ਇਸ ਤਰ੍ਹਾਂ ਹੈ ਕਿ ਮੈਂ JNK ਤੋਂ ਬਿਲੋਂਗ ਕਰਦੀ ਹਾਂ ਤੇ ਮੇਰੀ ਮੈਰਿਜ ਗੁਰਦਾਸਪੁਰ ਵਿੱਚ ਹੋਈ ਸੀਗੀ 2005 ਤੇ ਉਸ ਤੋਂ ਬਾਅਦ 5 ਸਾਲ ਬਾਅਦ ਮੇਰੇ ਹਸਬੈਂਡ ਨਾਲ ਕਿਸੇ ਕਾਰਨ ਡਿਵੋਰਸ ਹੋ ਗਿਆ। 2 ਬੇਟੇ ਸੀ ਮੇਰੇ ਬੇਟੇ ਮੇਰੇ ਹਸਬੈਂਡ ਦੇ ਕੋਲ ਨੇ ਤੇ ਮੈਂ ਇੱਕਦਮ ਅਕੇਲੀ ਹੋ ਗਈ ਸੀ ਤੇ ਕਾਫੀ ਇੰਪਰੈਸ਼ਨ 'ਚ ਰਹਿਣ ਲੱਗੀ। ਤੇ ਉਸ ਤੋਂ ਬਾਅਦ ਮੇਰੇ ਕੋਲ ਕੋਈ ਸੋਰਸ ਨਹੀਂ ਗਾ, ਮਨੀ ਵਾਸਤੇ ਕੋਈ ਸੋਰਸ ਨਹੀਂ ਸੀ ਤੇ ਨਾ ਹੀ ਮੈਂ ਆਪਣੇ ਮਾਂ-ਪਿਓ ਕੋਲ ਇੰਨੀ ਦੂਰ ਜਾ ਕੇ ਰਹਿ ਸਕਦੀ ਸੀ। ਤੇ ਫਿਰ ਮੈਂ ਉਸ ਤੋਂ ਬਾਅਦ ਸੱਭਿਆਚਾਰ ਦੇ ਕੰਮ 'ਚ ਪੈ ਗਈ। ਸੱਭਿਆਚਾਰ 'ਚ ਪੈਣ ਕਰਕੇ ਮਤਲਬ ਕਿ ਮੇਰੀ ਕਾਫੀ ਦੂਰ ਤੱਕ ਮੈਂ ਕੰਮ ਲਗਾਉਣ ਵਾਸਤੇ ਜਾਂਦੀ ਰਹੀ ਹਾਂ ਤੇ ਕਾਫੀ ਕੁੜੀਆਂ ਮੁੰਡੇ ਕਾਫੀ ਅਲੱਗ-ਅਲੱਗ ਸਿਟੀ ਤੋਂ ਜਿਹੜੇ ਮਤਲਬ ਕਿ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਹਰ ਕੋਈ ਅਲੱਗ ਅਲੱਗ ਸੋਚਦਾ ਹੀ ਕੋਈ ਡਰਿੰਕ ਕਰਦਾ ਸੀ, ਕੋਈ ਡਰੱਗਸ ਲੈਂਦਾ ਸੀ, ਕੋਈ ਹੀਰੋਇਨ ਲੈਂਦਾ, ਕੋਈ ਕੁਛ ਲੈਂਦਾ। ਤੇ ਸਰ ਇਸ ਤਰ੍ਹਾਂ ਮਤਲਬ ਕਿ ਸਾਡਾ ਕੰਮ ਇਸ ਤਰ੍ਹਾਂ ਕਿ ਸਵੇਰੇ 11 ਵਜੇ ਸਟੇਜ ਤੇ ਚੜ੍ਹਨਾ, ਸ਼ਾਮੀ 5 ਵਜੇ ਤੱਕ ਸਟੇਜ ਤੇ ਰਹਿਣਾ। ਉਸ ਕਾਰਨ ਇਨਸਾਨ ਕਾਫੀ ਥਕਾਵਟ ਹੀ ਮਹਿਸੂਸ ਕਰਦਾ। ਤੇ ਇੱਕ ਮਤਲਬ ਕਿ ਲੜਕੀ ਸੀ ਜਲੰਧਰ ਤੋਂ, ਉਹਨੇ ਮੈਨੂੰ ਵੈਸੇ ਹੀ ਕਿਹਾ ਕਿ ਇੱਕ ਵਾਰੀ ਟੈਸਟ ਕਰ, ਸਾਰੀ ਥਕਾਵਟ ਦੂਰ ਹੋ ਜਾਂਦੀ, ਸਾਰੀ ਟੈਨਸ਼ਨ ਦੂਰ ਹੋ ਜਾਣੀ, ਬਿਲਕੁਲ ਇੱਕਦਮ ਇਨਸਾਨ ਠੀਕ ਹੋ ਜਾਂਦਾ। ਤੇ ਮੈਂ ਉਸ ਦੇ ਕਹਿਣੇ ਉੱਤੇ ਪਹਿਲੇ ਤਾਂ ਮੈਂ ਇਗਨੋਰ ਕੀਤਾ 1-2 ਵਾਰ, ਪਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਲਗਾ ਕੇ ਦੇਖ ਹੀ ਲੈਂਦੇ ਕੀ ਹੋ ਜਾਂਦਾ। ਤੇ ਮੈਂ ਲਗਾਈ 1-2 ਲਾਈਨ ਉਹਦੇ ਨਾਲ ਮਤਲਬ ਕਿ ਮੈਂ ਹੀਰੋਇਨ ਦੀ ਲੈ ਲਈ। ਉਸ ਤੋਂ ਬਾਅਦ ਮਤਲਬ ਕਿ ਰੂਟੀਨ ਨਾਲ 2-4 ਦਿਨ ਲਗਾਤਾਰ ਮੈਂ ਉਹਦੇ ਨਾਲ ਲਗਾਇਆ। ਤੇ ਉਸ ਤੋਂ ਬਾਅਦ ਉਹ ਗੱਲ ਆ ਗਈ ਪੈਸਿਆਂ ਤੇ ਕਿ ਪੈਸੇ ਦਿਓ ਤੇ ਸਮਾਨ ਲਓ। ਤੇ ਸਰ ਕਾਫੀ ਪੈਸਾ ਮਤਲਬ ਕਿ ਜਿੰਨਾ ਵੀ ਮੇਰੇ ਕੋਲ ਹੈਗਾ ਸੀ, ਜਿੰਨਾ ਕਿ ਮੈਂ ਕਮਾਉਂਦੀ ਸੀ ਸਾਰਾ ਮੈਂ ਮਤਲਬ ਕਿ ਡਰੱਗਸ ਤੇ ਹੀ ਖਰਚ ਕਰ ਦਿੰਦੀ। ਕਿੰਨਾ ਪੈਸਾ ਤੁਸੀਂ ਡਰੱਗਸ ਦੇ ਉੱਤੇ ਲਗਾਇਆ? ਘੱਟੋ ਘੱਟ ਵੀ 4-5 ਲੱਖ ਰੁਪਇਆ ਮੈਂ 2 ਸਾਲ ਦੇ ਅੰਦਰ ਉਜਾੜਦਾ ਡਰੱਗਸ ਦੇ ਪਿੱਛੇ। ਇਸ ਲੜਕੀ ਨੇ ਇਹ ਵੀ ਦੱਸਿਆ ਕਿ ਉਸਨੇ ਇੱਕ ਛੋਟੀ ਬੱਚੀ ਨੂੰ ਅਡਾਪਟ ਕੀਤਾ ਹੈ, ਪਰ ਉਹ ਨਸ਼ੇ ਦੀ ਆਦੀ ਹੋਣ ਕਾਰਨ ਬੱਚੀ ਵੀ ਕਾਫੀ ਡਿਸਟਰਬ ਰਹਿੰਦੀ ਸੀ।
ਇਸ ਲੜਕੀ ਨੇ ਇਹ ਵੀ ਦੱਸਿਆ ਕਿ ਜੇਕਰ ਉਸ ਕੋਲ ਨਸ਼ਾ ਹੁੰਦਾ ਸੀ ਤੇ ਕੰਮ ਤੇ ਜਾਂਦੀ ਸੀ, ਨਹੀਂ ਤਾਂ ਸਾਰਾ ਦਿਨ ਘਰ ਵਿੱਚ ਰਹਿੰਦੀ ਸੀ। ਪਰ ਲੋਕਡਾਊਨ ਹੋਣ ਕਾਰਨ ਨਸ਼ਾ ਨਹੀਂ ਮਿਲਿਆ, ਜਿਸ ਕਾਰਨ ਉਹ ਖੁਦ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਆਈ ਹੈ। ਆਪਣੀ ਮਤਲਬ ਕਿ ਮੈਂ ਇੱਕ ਬੇਟੀ ਅਡਾਪਟ ਕੀਤੀ ਸੀ, ਯਾਨੀ ਕਿ ਮੇਰੇ ਕੋਲ ਉਹਦੇ ਵਾਸਤੇ ਵੀ ਟਾਈਮ ਨਹੀਂ ਸੀ। ਮੈਨੂੰ ਬਸ ਇੱਕੋ ਹੀ ਚੀਜ਼ ਚਾਹੀਦੀ ਸੀ ਕਿ ਮੈਨੂੰ ਕਿਸੇ ਜਗ੍ਹਾ ਤੋਂ ਹੀਰੋਇਨ ਮਿਲ ਜਾਏ, ਮੈਂ ਉਹ ਲਗਾਵਾਂ ਤੇ ਆਪਣੇ ਕਮਰੇ 'ਚ ਸੋ ਜਾਵਾਂ। ਬਸ ਕੰਮ ਤੇ ਜਾਣਾ, ਸਮਾਨ ਹੋਏਗਾ ਤੇ ਮੈਂ ਕੰਮ ਤੇ ਜਾਵਾਂਗੀ, ਸਮਾਨ ਨਹੀਂ ਹੋਏਗਾ ਤੇ ਕੰਮ ਤੇ ਨਹੀਂ ਜਾਇਆ ਜਾਏਗਾ ਕਿ ਸਰੀਰ ਇੰਨਾ ਕੁ ਅਧੀਨ ਹੋ ਜਾਂਦਾ। ਪਰ ਮਤਲਬ ਕਿ ਉਸ ਵਕਤ ਫੀਲਿੰਗ ਇੱਦਾਂ ਦੀ ਆਉਂਦੀ ਹੈ ਕਿ ਬਸ ਮੈਂ ਨਸ਼ਾ ਕਰਾਂ ਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਤੇ ਸੁੱਤੀ ਰਹਾਂ। ਆਪਣੇ ਬੱਚੇ ਤੱਕ ਨੂੰ ਇਨਸਾਨ ਭੁੱਲ ਜਾਂਦਾ ਇਸ ਨਸ਼ੇ 'ਚ ਪੈ ਕੇ, ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਸਕਦੇ। ਮੇਰੀ 8 ਸਾਲ ਦੀ ਬੱਚੀ ਹੈ, ਉਹ ਮੈਨੂੰ ਸਮਝਾਉਂਦੀ ਰਹੀ ਹੈ ਕਿ ਮੰਮਾ ਇਹ ਨਾ ਕਰੋ, ਗਲਤ ਕੰਮ ਹੈ, ਛੋੜੋ ਇਹਨੂੰ, ਇਹ ਕੰਮ ਨਾ ਕਰੋ। ਪਰ ਉਹ ਇੱਕ ਬੱਚੀ ਮੈਨੂੰ ਸਮਝਾਉਂਦੀ, ਪਰ ਮੈਂ ਇੰਨੀ ਕੁ ਅਧੀਨ ਹੋ ਚੁੱਕੀ ਸੀ ਕਿ ਮੇਰੇ ਕੋਲ ਛੱਡਿਆ ਨਹੀਂ ਜਾ ਰਿਹਾ ਸੀ। ਤੇ ਇਸ ਹੁਣ ਲੋਕਡਾਊਨ ਕਰਕੇ ਮਤਲਬ ਕਿ ਮਿਲਣਾ ਮੁਸ਼ਕਿਲ ਹੋ ਗਿਆ ਤੇ ਤੋੜ ਚੱਲੀ ਨਹੀਂ ਜਾ ਰਹੀ ਸੀ। ਤੇ 1-2 ਲੋਕਾਂ ਨੇ ਮੈਨੂੰ ਦੱਸਿਆ ਸੀ ਕਿ ਰੈੱਡ ਕਰਾਸ, ਮੈਂ ਥੋੜਾ ਡਰਦੀ ਸੀ ਕਿ ਰੈੱਡ ਕਰਾਸ 'ਚ ਪਤਾ ਨਹੀਂ ਕੀ ਹੁੰਦਾ ਹੈ, ਕਿ ਪਤਾ ਨਹੀਂ ਇਲਾਜ ਹੋਏਗਾ ਜਾਂ ਮੈਨੂੰ ਉੱਥੇ ਤੋੜਾਂ ਵੱਜਣਗੀਆਂ ਜਾਂ ਕੀ ਹੋਏਗਾ। ਪਰ ਇਹ ਮੇਰੀ ਸਾਰੀ ਸੋਚ ਗਲਤ ਨਿਕਲੀ। ਮੈਂ ਖੁਦ ਡਿਸਾਈਡ ਕਰਕੇ ਤੇ ਮੈਂ ਖੁਦ ਹੀ ਹਸਪੀਟਲ ਆਈ। ਜਿੱਥੇ ਲੋਕਡਾਊਨ ਨੇ ਸਾਰਿਆਂ ਦੇ ਕੰਮ ਖੜੇ ਕਰ ਦਿੱਤੇ, ਉੱਥੇ ਹੀ ਇਸ ਲੜਕੀ ਦੇ ਕਹਿਣ ਅਨੁਸਾਰ ਲੋਕਡਾਊਨ ਨੇ ਇਸ ਲੜਕੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਹੁਣ ਇਹ ਕਿਤਾਬਾਂ ਵੀ ਪੜ੍ਹਦੀ ਹੈ ਤੇ ਜਿਮ ਵੀ ਜਾਂਦੀ ਹੈ। ਮੈਂ ਕਹਿੰਦੀ ਹਾਂ ਕਿ ਇਸ ਲੋਕਡਾਊਨ ਨੇ ਮੇਰੀ ਜ਼ਿੰਦਗੀ ਥੋੜੀ ਆਈ ਵਾਂਟ ਟੂ ਚੇਂਜ ਮਾਈ ਲਾਈਫ ਕਰਨਾ ਚਾਹੁੰਦੀ ਹਾਂ। ਹੁਣ ਮੈਨੂੰ ਹੁਣ ਪਤਾ ਚੱਲਿਆ ਕਿ ਮੇਰੀ ਜ਼ਿੰਦਗੀ ਦਾ ਕੀ ਮੁੱਲ ਹੈ ਤੇ ਮੇਰੀ ਜ਼ਿੰਦਗੀ ਜੇ ਤੇ ਮੈਂ ਇਸ ਤਰ੍ਹਾਂ ਨਸ਼ੇ 'ਚ ਲੱਗੀ ਰਹਿੰਦੀ ਤਾਂ ਹੋਰ 2 ਸਾਲ ਜੀ ਲੈਣਾ ਸੀ, ਮੇਰੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਣੀ। ਫਿਰ ਹੁਣ ਮੈਂ ਆਪਣੇ ਬੱਚਿਆਂ ਦੇ ਬਾਰੇ 'ਚ ਸੋਚਿਆ, ਮੈਂ ਇੱਥੇ ਆ ਕੇ ਦਾਖਲ ਹੋਈ ਹਾਂ। ਇੱਥੇ ਕੋਈ ਵੀ ਅਸੀਂ ਮਤਲਬ ਕਿ ਤੋੜ ਵਗੈਰਾ ਨਹੀਂ ਵੱਜਣ ਦਿੰਦੇ, ਮੈਡੀਸਨ ਦਿੰਦੇ ਆ। ਹੁਣ ਮੈਂ ਇਸ ਵਕਤ ਮੈਨੂੰ 9 ਦਿਨ ਹੋ ਚੁੱਕੇ ਆ ਤੇ ਮੈਂ ਇੱਕਦਮ ਠੀਕ ਹਾਂ, ਬਿਲਕੁਲ ਠੀਕ ਹਾਂ। ਜਿਮ ਵੀ ਕਰਦੀ ਹਾਂ, ਮੈਂ ਬੁੱਕਸ ਵੀ ਪੜ੍ਹਦੀ ਹਾਂ, ਮਤਲਬ ਕਿ ਹਰ ਚੀਜ਼ 'ਚ ਮੇਰਾ ਇੰਟਰਸਟ ਵਧਣ ਦਿਆ। ਕਿ ਜਿਸ ਤਰ੍ਹਾਂ ਕਿ ਪਹਿਲੇ ਮੈਂ ਇਗਨੋਰ ਕਰਦੀ ਸੀ ਕਿ ਨਹੀਂ ਬਸ ਇਹ ਕੁਝ ਨਹੀਂ ਚਾਹੀਦਾ, ਮੈਨੂੰ ਬਸ ਉਹੀ ਸਮਾਨ ਹੀ ਚਾਹੀਦਾ। ਤੇ ਹੁਣ ਮਤਲਬ ਕਿ ਮੈਨੂੰ ਲੱਗਣ ਦਿਆ ਕਿ ਮੇਰੀ ਲਾਈਫ ਚੇਂਜ ਹੋਈ ਕਰਦੀ। ਇਸ ਲੜਕੀ ਨੇ ਹੋਰ ਵੀ ਵੱਡੇ ਖੁਲਾਸੇ ਕੀਤੇ। ਇਸ ਲੜਕੀ ਦੇ ਦੱਸਣ ਅਨੁਸਾਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਹਨ ਜੋ ਚਿੱਟੇ ਦਾ ਨਸ਼ਾ ਕਰਦੀਆਂ ਹਨ, ਪਰ ਇਸ ਲੜਕੀ ਨੇ ਉਹਨਾਂ ਲੜਕੀਆਂ ਨੂੰ ਵੀ ਨਸੀਹਤ ਦਿੱਤੀ ਕਿ ਨਸ਼ੇ ਨੂੰ ਛੱਡ ਕੇ ਆਪਣੀ ਸਿਹਤ ਤੇ ਆਪਣੇ ਪਰਿਵਾਰ ਬਾਰੇ ਸੋਚਣਾ ਚਾਹੀਦਾ ਹੈ। 100 to 70% ਕੁੜੀਆਂ ਇੱਦਾਂ ਦੀਆਂ ਜਿਹੜੀਆਂ ਕਿ ਨਸ਼ਾ ਕਰਦੀਆਂ, 50% ਕੁੜੀਆਂ ਇਸ ਤਰ੍ਹਾਂ ਜਿਹੜੀ ਇੰਜੈਕਟ ਕਰਦੀਆਂ ਤੇ ਬਾਕੀ ਮਤਲਬ ਕਿ ਫੋਇਲ ਤੇ ਵੀ ਕਰਦੀਆਂ ਤੇ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਡਰੱਗਸ ਦਾ ਪਤਾ ਹੋਏਗਾ। ਜਾਂ ਮੈਂ ਸਰ ਇਹੀ ਕਹਿਣਾ ਚਾਹਾਂਗੀ ਕਿ ਨਸ਼ਾ ਕਰਨਾ, ਜਦੋਂ ਕਿਸੇ ਨੂੰ ਪਤਾ ਲੱਗਦਾ ਕਿ ਇਹ ਇਨਸਾਨ ਨਸ਼ਾ ਕਰਦਾ ਹੈ, ਉਹਦੀ ਕਿੰਨੀ ਇਨਸਲਟ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ। ਤੇ ਜਦੋਂ ਇਨਸਾਨ ਮਤਲਬ ਕਹਿੰਦੇ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਜੇ ਅਗਰ ਅਸੀਂ ਨਸ਼ੇ ਨੂੰ ਤੋਬਾ ਕਰ ਲੈਂਦੇ ਹਾਂ, ਇਹ ਬਹੁਤ ਹੀ ਵੱਡੀ ਗੱਲ ਹੈ। ਆਪਣਾ ਹੀ ਫਾਇਦਾ, ਆਪਣੀ ਲਾਈਫ ਦੇ ਬਾਰੇ 'ਚ ਸੋਚੋ, ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਜਿਸ ਡਾਕਟਰ ਕੋਲ ਇਹ ਲੜਕੀ ਨਸ਼ਾ ਛਡਾਉਣ ਗਈ, ਉਸ ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਲੜਕੀ ਨੂੰ ਸਿਰਫ ਨਸ਼ੇ ਨਾਲ ਹੀ ਮਤਲਬ ਹੁੰਦਾ ਸੀ। ਇਸ ਲੜਕੀ ਨੂੰ ਨਾ ਆਪਣੇ ਪਰਿਵਾਰ, ਨਾ ਆਪਣੀ ਸਿਹਤ ਤੇ ਨਾ ਆਪਣੇ ਬੱਚੇ ਦਾ ਫਿਕਰ ਸੀ। ਤੇ ਨੌਜਵਾਨਾਂ ਨੂੰ ਖੋਖਲਾ ਕੀਤਾ ਹੀ ਹੈ, ਪਰ ਇਸ ਤੋਂ ਇਲਾਵਾ ਲੜਕੀਆਂ ਵੀ ਇਸ ਤੋਂ ਪਿੱਛੇ ਨਹੀਂ ਹਨ। ਇਹਦਾ ਸਬੂਤ ਹੈ ਅੱਜ ਮੇਰੇ ਕੋਲ ਬੈਠੀ ਲਾਗੇ ਡਾਂਸਰ, ਜਿਹੜੀ ਕਿ ਨਸ਼ੇ ਕਰਕੇ ਇਹਨੂੰ ਆਪਣਾ ਸਭ ਕੁਝ ਬਰਬਾਦ ਕੀਤਾ। ਇਹਨੂੰ ਸਿਰਫ ਨਸ਼ਾ ਹੀ ਸਭ ਕੁਝ ਲੱਭਦਾ ਸੀਗਾ, ਕੋਈ ਪਰਿਵਾਰ ਨਹੀਂ, ਕੋਈ ਬੱਚੇ ਨਹੀਂ, ਕੋਈ ਸਿਹਤ ਨਹੀਂ। ਇਹਨੂੰ ਸਿਰਫ ਨਸ਼ੇ ਕਰਕੇ ਜਿੰਨਾ ਵੀ ਇਹਨੇ ਕਮਾਇਆ 2-2.5 ਹਜ਼ਾਰ ਰੁਪਏ ਰੋਜ਼ ਦਾ ਕਮਾਉਂਦੀ ਸੀਗੀ, ਜਿਹੜਾ ਕਿ ਇਹਨੇ ਨਸ਼ੇ ਵਿੱਚ ਉਜਾੜ ਦਿੱਤਾ ਹੈ। ਡਾਕਟਰ ਸਾਹਿਬ ਨੇ ਇੱਕ ਹੋਰ ਬਹੁਤ ਵੱਡੀ ਗੱਲ ਦੱਸੀ। ਉਹਨਾਂ ਦੱਸਿਆ ਕਿ ਇਸ ਲੜਕੀ ਦੀ ਸਹੇਲੀ ਨੇ ਆਪਣੇ 5 ਸਾਲਾਂ ਦੀ ਬੱਚੀ ਨੂੰ ਆਪਣੇ ਗੁਆਂਢਣ ਨੂੰ 5000 ਰੁਪਏ ਵਿੱਚ ਵੇਚ ਦਿੱਤਾ, ਜੋ ਕਿ ਇਨਸਾਨੀਅਤ ਤੇ ਬਹੁਤ ਵੱਡਾ ਕਲੰਕ ਹੈ। ਇੱਕ ਹੈਰਾਨੀਯੋਗ ਗੱਲ ਜੋ ਦੱਸ ਰਹੀ ਹੈ ਉਹ ਇਹ ਹੈ ਕਿ ਇਹਦੀ ਆਪਣੀ ਸਹੇਲੀ ਜਿਹੜੀ ਕਿ ਡਾਂਸਰ ਸੀਗੀ, ਉਹਨੇ ਆਪਣੇ 5 ਦਿਨਾਂ ਦੀ ਕੁੜੀ ਇੱਕ ਗੁਆਂਢਣ ਕੋਲ 5000 ਵਿੱਚ ਵੇਚ ਦਿੱਤੀ।
ਸਿਰਫ ਨਸ਼ਾ ਪੂਰਤੀ ਲਈ। ਇਸ ਤੋਂ ਗਿਰੀ ਹੋਈ ਕਾਨੂੰਨੀ ਘਟਨਾ ਕੋਈ ਨਹੀਂ ਹੋ ਸਕਦੀ ਜਿਹੜੀ ਕਿ ਇਹਦੀ ਸਹੇਲੀ ਨੇ ਕੀਤੀ ਹੈ। ਇੱਕ ਮਾਨਵਤਾ ਤੇ ਕਲੰਕ ਲਾਇਆ ਹੈ ਉਹਨਾਂ ਸਿਰਫ ਨਸ਼ੇ ਦੇ ਕਰ। ਇਹ ਲੜਕੀ ਨੇ ਕਾਫੀ ਅਪੀਲ ਕੀਤੀ ਹੈ ਵੂਮਨ ਡਾਂਸਰਸ ਜਿਹੜੀ ਪ੍ਰੋਫੈਸ਼ਨਲ ਨਸ਼ੇ 'ਚ ਪਈਆਂ ਨੇ ਕਿ ਉਹ ਨਸ਼ਾ ਛੱਡਣ ਤੇ ਅੱਛੀ ਜ਼ਿੰਦਗੀ ਬਤੀਤ ਕਰਨ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।